सब की रेन होए हाँ, निरपव कहों सोए हाँ। ਹਜ਼ੂਰ ਕਹਿੰਦੇ ਨੇ, ਹਾਂ ਹੇ ਭਾਈ, ਜਿਹੜਾ ਗੁਰਸਿੱਖ ਮਾਈ ਪਾਈ ਸਭ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਨਿਰਭਉ ਕਹੋ ਸੋਏ ਹੈ, ਉਹੀ ਭਾਈ ਨਿਰਭਉ ਹੁੰਦਾ ਹੈ ਔਰ ਉਹੀ ਨਿਡਰ ਹੁੰਦਾ ਹੈ। ਮੈਂ ਇਸ ਗੱਲ ਨੂੰ ਆਖਦਾ ਹਾਂ ਵੀ ਜਿਹੜਾ ਸਭ ਦੇ ਚਰਨਾਂ ਦੀ ਧੂੜ ਬਣ ਜਾਵੇ, ਉਹਦੇ ਸਾਰੇ ਡਰ ਪੈ ਦੂਰ ਹੁੰਦੇ ਨੇ। ਇਹ ਗੱਲ ਮੈਂ ਬੜੇ ਦਾਅਵੇ ਨਾਲ, ਫਖਰ ਨਾਲ ਕਹਿੰਦਾ ਹਾਂ। ਤੇ ਜਾਂ ਇਸ ਦਾ ਕੁਛ ਵਿਦਵਾਨਾਂ ਨੇ ਇਉਂ ਵੀ ਅਰਥ ਕੀਤਾ, ਨਿਰਭਉ ਕਹੋ ਸੋਏ ਹਾਂ। ਮੈਂ ਉਸ ਪਰਮਾਤਮਾ ਨੂੰ ਹੀ ਸਿਰਫ ਨਿਰਭਉ ਆਖਦਾ ਹਾਂ, ਹੋਰ ਸਾਰੇ ਕਿਸੇ ਨਾ ਕਿਸੇ ਦੇ ਪੈ ਦੇ ਵਿੱਚ ਨੇ। ਪਰਮਾਤਮਾ ਹੀ ਅਸਲੀ ਨਿਰਭਉ ਹੈ। ਪਰ ਇਹਦਾ ਪਹਿਲਾ ਅਰਥ ਹੀ ਵਧੇਰੇ ਢੁਕਦਾ ਹੈ ਵੀ ਜਿਹੜਾ ਸਭ ਦੇ ਚਰਨਾਂ ਦੀ ਧੂੜ ਹੋ ਜਾਵੇ ਤੇ ਫਿਰ ਉਹ ਨਿਰਭਉ ਹੋ ਜਾਂਦਾ। ਇਹ ਗੱਲ ਮੈਂ ਬੜੇ ਫਖਰ ਨਾਲ ਕਹਿ ਰਿਹਾ, ਵਿਸ਼ਵਾਸ ਨਾਲ ਕਹਿ ਰਿਹਾ ਹਾਂ। ਮਿਟੇ ਅੰਦੇਸਿਆ ਹਾਂ, ਸੰਤ ਉਪਦੇਸਿਆ ਮੇਰੇ ਮਨਾ। ਐ ਮੇਰੇ ਮਨਾ, ਮੈਨੂੰ ਸੰਤਾਂ ਨੇ ਉਪਦੇਸ਼ ਦਿੱਤਾ ਹੈ। ਸ਼ਾਂਤ ਸਰੂਪ ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਜਿਸ ਨੂੰ ਪ੍ਰਾਪਤ ਕਰਕੇ ਮਿਟੇ ਅੰਦੇਸਿਆ ਹਾਂ। ਹਾਂ ਹੇ ਭਾਈ, ਮੇਰੇ ਜਿੰਨੇ ਵੀ ਅੰਦੇਸ਼ੇ ਸਨ, ਮੇਰੇ ਤੌਖਲੇ ਸਨ, ਮੇਰੇ ਸੰਸ਼ੇ ਤੇ ਭਰਮ ਸਨ, ਮੇਰੇ ਫਿਕਰ ਸਨ, ਉਹ ਸਾਰੇ ਹੀ ਮਿਟ ਗਏ। ਜਿਸ ਜਨ ਨਾਮ ਸੁਖ ਹਾਂ, ਤਿਸ ਨਿਕਟ ਨਾ ਕਦੇ ਦੁੱਖ ਹਾਂ। ਹਜ਼ੂਰ ਕਹਿੰਦੇ ਨੇ, ਜਿਸ ਨੂੰ ਭਾਈ ਨਾਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ, ਜਿਸ ਜਨ ਪੁਰਖ ਨੂੰ ਨਾਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ, ਤਿਸ ਨਿਕਟ ਨਾ ਕਦੇ ਦੁੱਖ ਹਾਂ, ਫਿਰ ਉਸਦੇ ਨੇੜੇ ਕਦੇ ਵੀ ਦੁੱਖ ਨਹੀਂ ਆਉਂਦਾ। ਜੋ ਹਰ ਹਰ ਜਸ ਸੁਣੇ ਹਾਂ, ਸਭ ਕੋ ਤਿਸ ਮੰਨੇ ਹਾਂ। ਲੋ ਹਜ਼ੂਰ ਕਹਿੰਦੇ ਨੇ, ਭਾਈ ਜੋ ਗੁਰਸਿੱਖ ਮਾਈ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਸੁਣਦਾ ਹੈ, ਹਰ ਵੇਲੇ ਸੰਗਤ ਵਿੱਚ ਬੈਠ ਕੇ ਗੁਰੂ ਚਰਨਾਂ ਨਾਲ ਸੁਰਤ ਬਿਰਤੀ ਨੂੰ ਜੋੜ ਕੇ ਤੇ ਵਾਹਿਗੁਰੂ ਦੇ ਕੀਰਤਨ ਨੂੰ ਸੁਣਦਾ ਹੈ, ਸਭ ਕੋ ਤਿਸ ਮੰਨੇ ਹਾਂ। ਹਾਂ ਹੇ ਭਾਈ, ਫਿਰ ਸਭ ਕੋਈ ਉਸ ਨੂੰ ਮੰਨਦਾ ਹੈ, ਭਾਵ ਸਾਰੇ ਉਹਦਾ ਸਤਿਕਾਰ ਕਰਨ ਲੱਗ ਜਾਂਦੇ ਹਨ। ਸਫਲ ਸੋ ਆਇਆ ਹਾਂ, ਨਾਨਕ ਪ੍ਰਭ ਪਾਇਆ ਮੇਰੇ ਮਨਾ। ਹਜ਼ੂਰ ਕਹਿੰਦੇ ਨੇ, ਐ ਮੇਰੇ ਮਨਾ, ਸਫਲ ਸੋ ਆਇਆ ਹਾਂ, ਹੁਣ ਮੇਰਾ ਸੰਸਾਰ ਦੇ ਵਿੱਚ ਆਉਣਾ ਵੀ ਸਫਲ ਹੋ ਗਿਆ। ਕਿਉਂ? ਨਾਨਕ ਪ੍ਰਭ ਪਾਇਆ ਮੇਰੇ ਮਨਾ, ਤੇ ਮੈਂ ਹੁਣ ਉਸ ਵਾਹਿਗੁਰੂ ਦੇ ਮਨ ਨੂੰ ਭਾ ਗਿਆ। ਤੇ ਜਿਹੜਾ ਵਾਹਿਗੁਰੂ ਦੇ ਮਨ ਨੂੰ ਭਾ ਗਿਆ ਵੀ ਉਹਦਾ ਆਉਣਾ ਸੰਸਾਰ ਦੇ ਵਿੱਚ ਸਫਲ ਗਿਣਿਆ ਜਾਂਦਾ ਹੈ। ਆਸਾਵਰੀ ਮਹੱਲਾ ਪੰਜਵਾਂ। ਮਿਲ ਹਰ ਜਸ ਗਾਈਐ ਹਾਂ, ਪਰਮ ਪਦ ਪਾਈਐ ਹਾਂ। ਹੁਣ ਅੱਗੇ ਫੇਰ ਆਸਾਵਰੀ ਰਾਗ ਦੇ ਪੰਜਵੇਂ ਸ਼ਬਦ ਵਿੱਚ ਸਤਿਗੁਰੂ ਫਰਮਾਉਂਦੇ ਹਨ, ਗੁਰਮੁਖੋ, ਗੁਰੂ ਦੇ ਨਾਲ ਮਿਲ ਕੇ ਹਰ ਜਸ ਗਾਈਐ ਹਾਂ, ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ ਹੈ। ਤੇ ਇਹਦਾ ਫਲ ਕੀ ਹੋਵੇਗਾ? ਪਰਮ ਪਦ ਪਾਈਐ ਹਾਂ। ਹਾਂ ਹੇ ਭਾਈ, ਫਿਰ ਪਰਮ ਪਦ ਵੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਈਦਾ ਹੈ। ਵਾਹ ਰਸ ਜੋ ਵਿਦੇ ਹਾਂ, ਤਾਕੋ ਸਕਲ ਸਿੱਧੇ ਹਾਂ। ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਉਸ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਵਿਦੇ ਦਾ ਅਰਥ ਵਿੰਨਿਆ ਜਾਂਦਾ ਹੈ, ਜਿਹੜਾ ਜਗਿਆਸੂ ਉਸ ਨਾਮ ਦੇ ਰਸ ਵਿੱਚ ਵਿੰਨਿਆ ਜਾਂਦਾ ਹੈ, ਤਾਕੋ ਸਕਲ ਸਿੱਧੇ ਹਾਂ, ਤੇ ਫਿਰ ਉਹਨੂੰ ਸਾਰੀਆਂ ਹੀ ਰਿੱਧੀਆਂ ਸਿੱਧੀਆਂ ਅਲੌਕਿਕ ਸ਼ਕਤੀਆਂ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ। ਤੇ ਜਾਂ ਕੁਛ ਵਿਦਵਾਨਾਂ ਨੇ ਸਿੱਧੇ ਹਾਂ ਦਾ ਅਰਥ ਮੁਕਤੀ ਵੀ ਕੀਤਾ ਹੈ, ਵੀ ਉਹਨੂੰ ਸਾਰੀਆਂ ਮੁਕਤੀਆਂ ਵੀ ਪ੍ਰਾਪਤ ਹੋ ਜਾਂਦੀਆਂ। ਅੰਦਨ ਜਾਗਿਆ ਹਾਂ, ਨਾਨਕ ਵਡ ਭਾਗਿਆ ਮੇਰੇ ਮਨਾ। ਐ ਮੇਰੇ ਮਨਾ, ਮੈਂ ਤੇ ਗੁਰੂ ਦੀ ਕਿਰਪਾ ਨਾਲ ਹੁਣ ਦਿਨ ਰਾਤ ਜਾਗ ਪਿਆ ਹਾਂ। ਕਿਉਂਕਿ ਪਿੰਨੀ ਰੈਨੜੀਐ ਚਾ ਮੱਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਰਾਤ ਦਿਨ ਤਟਸਥ ਤੇ ਸਾਖੀ ਅਵਸਥਾ ਵਿੱਚ ਜਾਗਦੇ ਨੇ, ਦਿਨ ਰਾਤ ਗਿਆਨ ਅਵਸਥਾ ਵਿੱਚ ਜਾਗਦੇ ਨੇ। ਅੰਦਨ ਜਾਗਿਆ ਹਾਂ, ਹਜ਼ੂਰ ਕਹਿੰਦੇ ਭਾਈ ਮੈਂ ਵੀ ਦਿਨ ਰਾਤ ਸਾਖੀ ਭਾਵ ਦੀ ਅਵਸਥਾ ਵਿੱਚ ਜਾਗ ਪਿਆ ਹਾਂ। ਨਾਨਕ ਵਡ ਭਾਗਿਆ ਮੇਰੇ ਮਨਾ, ਐ ਮੇਰੇ ਮਨਾ, ਹੁਣ ਮੈਂ ਵੀ ਵਡ ਭਾਗਾ ਹੋ ਗਿਆ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸੰਤ ਪੱਗ ਧੋਈਐ ਹਾਂ, ਦੁਰਮਤ ਖੋਈਐ ਹਾਂ। ਸੱਚੇ ਪਾਤਸ਼ਾਹ, ਖੋਟੀ ਮਤ ਕਿਵੇਂ ਦੂਰ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ, ਭਾਈ ਜਿਹੜੇ ਨਾਮ ਜਪਣ ਵਾਲੇ ਕਮਾਈ ਵਾਲੇ ਮਹਾਂਪੁਰਖ ਨੇ, ਉਹਨਾਂ ਦੇ ਚਰਨਾਂ ਨੂੰ ਧੋਵੋ, ਉਹਨਾਂ ਦੀ ਸੇਵਾ ਕਰੋ। ਦੁਰਮਤ ਖੋਈਐ ਹਾਂ, ਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਖੋਟੀ ਮਤ ਨੂੰ ਨਾਸ ਕਰ ਲਈਦਾ ਹੈ।
ਦਸ ਹਰੇਣ ਹੋਏ ਹਾਂ, ਵਿਆਪੈ ਦੁਖ ਨਾ ਕੋਏ ਹਾਂ। ਹਾਂ ਹੈ ਭਾਈ, ਜਦੋਂ ਆਪਾਂ ਵਾਹਿਗੁਰੂ ਦੇ ਦਾਸਾਂ ਦੇ ਚਰਨਾਂ ਦੀ ਧੂੜ ਬਣ ਜਾਵਾਂਗੇ, ਵਿਆਪੈ ਦੁਖ ਨਾ ਕੋਏ ਹਾਂ, ਫਿਰ ਕੋਈ ਵੀ ਦੁੱਖ ਸਾਨੂੰ ਨਹੀਂ ਵਿਆਪ ਸਕਦਾ। ਭਾਵ ਜਦੋਂ ਸਾਡੇ ਮਨ ਦੇ ਵਿੱਚ ਨਿਮਰਤਾ ਆ ਗਈ, ਨਿਰਮਾਣਤਾ ਆ ਗਈ ਤੇ ਗਰੀਬੀ ਗਦਾ ਹਮਾਰੀ, ਫਿਰ ਕੋਈ ਦੁੱਖ ਸਾਡੇ ਨੇੜੇ ਨਹੀਂ ਆ ਸਕਦਾ। ਭਗਤਾਂ ਸਰਨ ਪਰ ਹਾਂ, ਜਨਮ ਨਾ ਕਦੇ ਮਰ ਹਾਂ। ਲੋ ਹਜ਼ੂਰ ਕਹਿੰਦੇ ਨੇ ਭਗਤਾਂ ਸਰਨ ਪਰ ਹਾਂ, ਬਈ ਅਸੀਂ ਤੇ ਵਾਹਿਗੁਰੂ ਦੇ ਭਗਤਾਂ ਦੀ ਸ਼ਰਨ ਦੇ ਵਿੱਚ ਪੈਂਦੇ ਹਾਂ। ਕਿਉਂ? ਸਾਨੂੰ ਪਤਾ ਹੈ ਜਿਹੜਾ ਉਹਨਾਂ ਭਗਤਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਜਨਮ ਨਾ ਕਦੇ ਮਰ ਹਾਂ, ਉਹਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ। ਉਹ ਨਾ ਕਦੀ ਜੰਮਦਾ ਤੇ ਨਾ ਕਦੀ ਫਿਰ ਮਰਦਾ ਹੈ। ਅਸਰ ਸੇ ਭਏ ਹਾਂ, ਹਰ ਹਰ ਜਿਨ ਜਪ ਲਏ ਮੇਰੇ ਮਨਾ। ਐ ਮੇਰੇ ਮਨਾ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ ਹੈ, ਹਰ ਹਰ ਜਿਨ ਜਪ ਲਏ ਮੇਰੇ ਮਨਾ। ਐ ਮੇਰੇ ਮਨਾ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ ਹੈ, ਅਸਰ ਸੇ ਪਏ ਹਾਂ, ਬਈ ਉਹ ਦੁਨੀਆ ਦੇ ਵਿੱਚ ਸਥਿਰ ਹੋ ਗਏ, ਉਹਨਾਂ ਨੂੰ ਅਮਰ ਅਟਲ ਪਦਵੀ ਪ੍ਰਾਪਤ ਹੋ ਗਈ, ਉਹਨਾਂ ਦਾ ਮਨ ਵੀ ਪੂਰਨ ਟਿਕਾਓ ਵਿੱਚ ਆ ਗਿਆ। ਸਾਜਣ ਮੀਤ ਤੂੰ ਹਾਂ, ਨਾਮ ਦ੍ਰਿੜਾਏ ਮੂੰਹ ਹਾਂ। ਲਓ ਹੁਣ ਸਤਿਗੁਰੂ ਨੂੰ ਸੰਬੋਧਨ ਕੀਤਾ ਹੈ ਵੀ ਹੇ ਸਤਿਗੁਰੂ, ਤੂੰ ਹੀ ਮੇਰਾ ਇਸ ਦੁਨੀਆ ਦਾ ਸੱਜਣ ਹੈ, ਤੂੰ ਹੀ ਮੇਰਾ ਪਰਲੋਕ ਦਾ ਮਿੱਤਰ ਹੈ। ਨਾਮ ਦ੍ਰਿੜਾਏ ਮੂੰਹ ਹਾਂ, ਕਿਉਂਕਿ ਤੂੰ ਮੈਨੂੰ ਨਾਮ ਨੂੰ ਦ੍ਰਿੜ ਕਰਵਾਇਆ। ਜਿਹੜਾ ਸਾਨੂੰ ਨਾਮ ਦ੍ਰਿੜ ਕਰਵਾ ਦੇਵੇ ਉਹ ਸਾਡੇ ਲੋਕ ਤੇ ਪਰਲੋਕ ਦਾ ਮਿੱਤਰ ਹੁੰਦਾ ਹੈ। ਤਿਸ ਬਿਨ ਨਾਹੀਂ ਕੋਏ ਹਾਂ, ਮਨਹਿ ਅਰਾਧ ਸੋਏ ਹਾਂ। ਹਜ਼ੂਰ ਕਹਿੰਦੇ ਨੇ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਨੂੰ ਹੋਰ ਕੋਈ ਵਾਲੀ ਵਾਰਸ ਨਹੀਂ ਦਿਸਦਾ। ਮਨਹਿ ਅਰਾਧ ਸੋਏ ਹਾਂ, ਤੇ ਅਸੀਂ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਅਰਾਧ ਰਹੇ ਹਾਂ, ਹਰ ਵੇਲੇ ਉਸ ਪ੍ਰਭੂ ਦਾ ਸਿਮਰਨ ਕਰ ਰਹੇ ਹਾਂ। ਨਿਮਖ ਨਾ ਵਿਸਰੈ ਹਾਂ, ਤਿਸ ਬਿਨ ਕਿਉਂ ਸਰੈ ਹਾਂ। ਹਜ਼ੂਰ ਕਹਿੰਦੇ ਨੇ ਇੱਕ ਨਿਮਖ ਪਰ ਅੱਖ ਦੇ ਫੋਰੇ ਮਾਤਰ ਵੀ ਕਦੇ ਸਾਨੂੰ ਉਹ ਭੁੱਲਦਾ ਨਹੀਂ ਹੈ। ਤਿਸ ਬਿਨ ਕਿਉਂ ਸਰੈ ਹਾਂ, ਹਜ਼ੂਰ ਕਹਿੰਦੇ ਉਸ ਤੋਂ ਬਿਨਾਂ ਸਾਡਾ ਸਰ ਵੀ ਕਿਵੇਂ ਸਕਦਾ, ਨਹੀਂ ਸਰ ਸਕਦਾ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣਾ ਤਿਨ ਪਾਵੈ ਸਭ ਕੋਈ। ਜੇ ਅਮਲੀ ਦਾ ਅਮਲ ਤੋਂ ਬਿਨਾਂ ਨਹੀਂ ਸਰਦਾ, ਮੱਛੀ ਦਾ ਪਾਣੀ ਤੋਂ ਬਿਨਾਂ ਨਹੀਂ ਸਰਦਾ, ਤੇ ਜਿਹੜੇ ਨਾਮ ਦੇ ਪ੍ਰੇਮੀ ਨੇ ਤਿਸ ਬਿਨ ਕਿਉਂ ਸਰੈ ਹਾਂ, ਉਹਨਾਂ ਦਾ ਵਾਹਿਗੁਰੂ ਤੋਂ ਬਿਨਾਂ ਕਿਵੇਂ ਗੁਜ਼ਾਰਾ ਹੋ ਸਕਦਾ, ਨਹੀਂ ਹੋ ਸਕਦਾ। ਗੁਰ ਕੋ ਕੁਰਬਾਨ ਜਾਓ ਹਾਂ, ਨਾਨਕ ਜਪੇ ਨਾਉ ਮੇਰੇ ਮਨਾ। ਐ ਮੇਰੇ ਮਨਾ, ਮੈਂ ਗੁਰੂ ਤੋਂ ਕੁਰਬਾਨ ਜਾਨਾ ਹਾਂ। ਕਿਉਂ? ਨਾਨਕ ਜਪੇ ਨਾਉ ਮੇਰੇ ਮਨਾ, ਮੈਂ ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਰਿਹਾ ਹਾਂ, ਇਸ ਲਈ ਮੈਂ ਗੁਰੂ ਤੋਂ ਕੁਰਬਾਨ ਜਾਨਾ ਹਾਂ। ਆਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨਾ ਸੁਝੈ ਮੂੰਹ ਹਾਂ। ਫਿਰ ਅੱਗੇ ਆਸਾਵਰੀ ਰਾਗ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਇਹ 6ਵਾਂ ਸ਼ਬਦ ਆਰੰਭ ਹੋ ਰਿਹਾ ਹੈ, ਕਾਰਨ ਕਰਨ ਤੂੰ ਹਾਂ। ਹੇ ਵਾਹਿਗੁਰੂ, ਜਿਤਨੇ ਵੀ ਸਾਧਾਰਨ ਤੇ ਅਸਾਧਾਰਨ ਕਾਰਨ ਨੇ, ਉਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਤੂੰ ਅਸਲੀ ਮਾਲਕ ਹੈ। ਅਵਰ ਨਾ ਸੂਝੈ ਮੂੰਹ ਹਾਂ, ਹੇ ਵਾਹਿਗੁਰੂ, ਤੇਰੇ ਬਿਨਾਂ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ। ਕਰਹਿ ਸੋ ਹੋਈਐ ਹਾਂ, ਸਹਿਜ ਸੁਖ ਸੋਈਐ ਹਾਂ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਜੋ ਵੀ ਤੂੰ ਕਰਦਾ ਉਹੀ ਸੰਸਾਰ ਦੇ ਵਿੱਚ ਹੁੰਦਾ ਹੈ, ਇਸੇ ਲਈ ਸਹਿਜ ਸੁਖ ਸੋਈਐ ਹਾਂ। ਤੇ ਅਸੀਂ ਜਿਹੜੀ ਆਤਮਕ ਅਡੋਲ ਅਵਸਥਾ ਹੈ ਉਹਦੇ ਵਿੱਚ ਸੁਖ ਦੇ ਨਾਲ ਬਰਾਜਦੇ ਹਾਂ ਵੀ ਜੋ ਕਰਨਾ ਉਹ ਤੇ ਹੋਣਾ ਹੀ ਹੋਣਾ, ਜੋ ਰੱਬ ਨੇ ਕਰਨਾ ਉਹ ਹੋ ਰਿਹਾ ਹੈ ਤੇ ਉਹੀ ਹੋਣਾ ਹੈ। ਤੇ ਅਸੀਂ ਹੁਣ ਕੋਈ ਹੋਰ ਚਿੰਤਾ ਫਿਕਰ ਨਹੀਂ ਕਰਦੇ, ਹੁਣ ਆਰਾਮ ਦੇ ਨਾਲ ਤੇ ਅਸੀਂ ਉਸ ਆਤਮਕ ਸੁਖ ਦੇ ਵਿੱਚ ਬਰਾਜਦੇ ਹਾਂ, ਲੀਨ ਹੁੰਨੇ ਹਾਂ। ਧੀਰਜ ਮਨ ਭਏ ਹਾਂ, ਪ੍ਰਭ ਕੈ ਦਰ ਪਏ ਮੇਰੇ ਮਨਾ। ਐ ਮੇਰੇ ਮਨਾ, ਹੁਣ ਸਾਡੇ ਮਨ ਵਿੱਚ ਧੀਰਜ ਪ੍ਰਾਪਤ ਹੋ ਗਿਆ। ਪ੍ਰਭ ਕੈ ਦਰ ਪਏ ਮੇਰੇ ਮਨਾ, ਕਿਉਂਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੀ ਸ਼ਰਨ ਜੋ ਪੈ ਗਏ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਜਦੋਂ ਵਾਹਿਗੁਰੂ ਦੇ ਦਰ ਦੀ ਸ਼ਰਨ ਹੀ ਪੈ ਗਏ ਤੇ ਹੁਣ ਕਿਸੇ ਦਾ ਡਰ ਪੈ ਨਹੀਂ ਰਿਹਾ, ਹੁਣ ਮਨ ਵਿੱਚ ਧੀਰਜ ਪ੍ਰਾਪਤ ਹੋ ਗਿਆ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਸਾਧੂ ਸੰਗ ਮੇਂ ਹਾਂ ਪੂਰਨ ਸੰਜ ਮੇਂ ਹਾਂ। ਗੁਰਮੁਖੋ ਅਸੀਂ ਹਰ ਵੇਲੇ ਸਾਧੂ ਗੁਰੂ ਦੀ ਸੰਗਤ ਵਿੱਚ ਰਹਿੰਦੇ ਹਾਂ ਤੇ ਪੂਰਨ ਸੰਜਮੇ ਹਾਂ। ਸਾਨੂੰ ਗੁਰੂ ਦੀ ਕਿਰਪਾ ਦੁਆਰਾ ਪੂਰਨ ਸੰਜਮ ਪਰਹੇਜ਼ ਪ੍ਰਾਪਤ ਹੋ ਗਿਆ। ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ, ਆ ਜਿਹੜੇ ਵਿਕਾਰ ਨੇ ਕ੍ਰੋਧਾਂ ਨੂੰ ਛੱਡਣਾ, ਇਹ ਪੂਰਨ ਸੰਜਮ ਸਾਨੂੰ ਪ੍ਰਾਪਤ ਹੋ ਗਿਆ ਹੈ। ਅਥਵਾ ਜਿਹੜਾ ਸਰੀਰ ਨੂੰ ਪਾਪਾਂ ਤੋਂ ਵਿਕਾਰਾਂ ਤੋਂ ਬਚਾਉਣਾ ਤੇ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕਣਾ ਤੇ ਮਨ ਨੂੰ ਪਾਪਾਂ ਤੇ ਵਿਕਾਰਾਂ ਤੋਂ ਵਰਜਣਾ, ਇਹ ਪੂਰਨ ਸੰਜਮ ਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਇਆ ਹੈ। ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ। ਹਜ਼ੂਰ ਕਹਿੰਦੇ ਨੇ ਜਦ ਤੋਂ ਅਸੀਂ ਆਪਾ ਭਾਵ ਤੋਂ ਛੁੱਟ ਗਏ ਹਾਂ, ਭਾਵ ਜਦ ਤੋਂ ਹੰਕਾਰ ਛੱਡਿਆ ਹੈ, ਤਬ ਤੇ ਮਿਟੇ ਤਾਪ ਹਾਂ, ਉਸ ਵੇਲੇ ਤੋਂ ਸਾਡੇ ਸਾਰੇ ਤਾਪ ਮਿਟ ਗਏ। 3 ਪ੍ਰਕਾਰ ਦੇ ਤਾਪ ਨੇ, ਆਦਿ ਵਿਆਧੀ ਉਪਾਧੀ, ਇਹ ਤਿੰਨੇ ਹੀ ਤਾਪ ਸਾਡੇ ਮਿਟ ਗਏ ਨੇ। ਜਦੋਂ ਹੰਕਾਰ ਮਿਟ ਜਾਂਦਾ ਨਾ ਬੰਦੇ ਦਾ, ਹੰਕਾਰ ਦਾ ਜਿਹੜਾ ਤਾਪ ਹੈ ਸਭ ਤੋਂ ਵੱਧ ਖਤਰਨਾਕ ਹੈ। ਇਹ ਇੱਕ ਐਸਾ ਦਿਮਾਗੀ ਬੁਖਾਰ ਹੈ, ਕਈ ਐਸੇ ਬੁਖਾਰ ਹੁੰਦੇ ਨੇ ਜਿਹੜੇ ਬੰਦੇ ਦੇ ਦਿਮਾਗ ਨੂੰ ਚੜ੍ਹਦੇ ਨੇ, ਉਹ ਬਹੁਤੇ ਖਤਰਨਾਕ ਹੁੰਦੇ ਨੇ, ਕਈ ਵਾਰੀ ਜਾਨਲੇਵਾ ਵੀ ਸਿੱਧ ਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਮਨੁੱਖੀ ਮਨ ਦੇ ਵਿੱਚ ਹੰਕਾਰ ਹੈ ਨਾ, ਇਹ ਇੱਕ ਦਿਮਾਗੀ ਬੁਖਾਰ ਹੈ ਔਰ ਇਹ ਬਹੁਤਾ ਖਤਰਨਾਕ ਹੈ। ਹਜ਼ੂਰ ਕਹਿੰਦੇ ਜਦ ਤੋਂ ਅਸੀਂ ਆਪਾ ਭਾਵ ਤੋਂ ਛੁੱਟੇ ਹਾਂ ਤਬ ਤੇ ਮਿਟੇ ਤਾਪ ਹਾਂ, ਉਸ ਵੇਲੇ ਦੇ ਸਾਰੇ ਆਦਿ ਵਿਆਧੀ ਉਪਾਧੀ ਤਾਪ ਮਿਟ ਗਏ ਹਨ। ਕਿਰਪਾ ਧਾਰੀਆ ਹਾਂ ਪਤ ਰਖ ਬਨਵਾਰੀਆ ਮੇਰੇ ਮਨਾ, ਐ ਮੇਰੇ ਮਨਾ। ਤੇ ਹੁਣ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਮੇਰੀ ਇਹੀ ਅਰਦਾਸ ਹੈ, ਹੇ ਬਨਵਾਰੀ, ਹੇ ਸੰਸਾਰ ਬਾਗ ਦੇ ਮਾਲੀ ਵਾਹਿਗੁਰੂ, ਕਿਰਪਾ ਧਾਰੀਆ ਹਾਂ, ਤੂੰ ਕਿਰਪਾ ਧਾਰਨ ਵਾਲਾ ਹੈ। ਪਤ ਰਖ ਬਨਵਾਰੀਆ ਮੇਰੇ ਮਨ, ਹੇ ਵਾਹਿਗੁਰੂ ਤੂੰ ਮੇਰੀ ਵੀ ਪਤ ਰੱਖ, ਮੇਰਾ ਵੀ ਪਰਦਾ ਢੱਕ ਤੇ ਮੇਰੀ ਵੀ ਇੱਜ਼ਤ ਮਹਿਫੂਜ਼ ਹੋਵੇ, ਇਹ ਮੈਂ ਤੇਰੇ ਪਾਸੋਂ ਯਾਚਨਾ ਕਰਦਾ ਹਾਂ। ਇਹੋ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ। ਹਜ਼ੂਰ ਕਹਿੰਦੇ ਨੇ ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਤੇ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ। ਇਹ ਸੁਖ ਜਾਨੀਐ ਹਾਂ ਵੀ ਇਹ ਸੁੱਖ ਨੂੰ ਸਭ ਤੋਂ ਵੱਡਾ ਸੁੱਖ ਸਮਝਣਾ ਚਾਹੀਦਾ। ਭਾਵ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿਣਾ, ਇਹਦੇ ਵਰਗਾ ਹੋਰ ਕੋਈ ਦੁਨੀਆ ਵਿੱਚ ਸੁੱਖ ਨਹੀਂ ਹੈ। ਇਹ ਇੱਕ ਬਹੁਤ ਉੱਚ ਪਾਈ ਦੀ ਸਿੱਖਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਵੀ ਜੋ ਵਾਹਿਗੁਰੂ ਕਰਦਾ ਉਸ ਨੂੰ ਭਲਾ ਕਰਕੇ ਮੰਨਣਾ, ਔਰ ਇਹਦੇ ਵਰਗਾ ਸੁੱਖ ਹੋਰ ਕੋਈ ਦੁਨੀਆ ਵਿੱਚ ਸੁੱਖ ਨਹੀਂ ਹੈ। ਮੰਦਾ ਨਾਹੇ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ। ਲਓ ਹਜ਼ੂਰ ਕਹਿੰਦੇ ਨੇ ਭਾਈ ਜਦੋਂ ਕੋਈ ਮਨੁੱਖ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਮੰਦਾ ਨਾਹੇ ਕੋਏ ਹਾਂ, ਫਿਰ ਉਹਦੀ ਦ੍ਰਿਸ਼ਟੀ ਵਿੱਚ ਕੋਈ ਮੰਦਾ ਨਹੀਂ ਰਹਿੰਦਾ, ਕੋਈ ਮਾੜਾ ਨਹੀਂ ਰਹਿੰਦਾ। ਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਉਹੀ ਬਣਦਾ ਜਿਹਦੇ ਮਨ ਦੇ ਵਿੱਚ ਨਿਮਰਤਾ ਹੋਵੇ, ਨਿਰਮਾਣਤਾ ਹੋਵੇ, ਗਰੀਬੀ ਹੋਵੇ। ਤੇ ਜੇ ਮਨ ਦੇ ਵਿੱਚ ਹੰਕਾਰ ਹੈ ਤੇ ਫਿਰ ਬੰਦਾ ਕਦੇ ਵੀ ਚਰਨ ਧੂੜ ਨਹੀਂ ਲੈ ਸਕਦਾ, ਚਰਨ ਧੂੜ ਨਹੀਂ ਬਣ ਸਕਦਾ। ਹਜ਼ੂਰ ਕਹਿੰਦੇ ਨੇ ਚਲੋ ਜੇ ਸੰਤਾਂ ਦੀ ਚਰਨ ਧੂੜ ਨਹੀਂ, ਸੰਤ ਕੀ ਰੇਣ ਹੋਏ ਹਾਂ, ਤੁਸੀਂ ਗੁਰੂ ਦੇ ਚਰਨਾਂ ਦੀ ਧੂੜੀ ਬਣੋ। ਸਭ ਤੋਂ ਵੱਡਾ ਸੰਤ ਤੇ ਗੁਰੂ ਹੀ ਹੈ ਨਾ। ਤੁਸੀਂ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਓ ਤੇ ਫਿਰ ਕੋਈ ਤੁਹਾਨੂੰ ਮੰਦਾ ਨਹੀਂ ਦਿਸੇਗਾ, ਕਿਉਂਕਿ ਸਤਿਗੁਰੂ ਦੀ ਐਸੀ ਪਵਿੱਤਰ ਸਿੱਖਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਭਗਤ ਕਬੀਰ ਜੀ ਨੇ ਤਾਂ ਹੋਰ ਵੀ ਬਹੁਤ ਸੁੰਦਰ ਉਪਦੇਸ਼ ਸਾਨੂੰ ਦਿੱਤਾ ਹੈ। ਉਹ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਪਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਅਸੀਂ ਤੇ ਚੰਗਾ ਬਣਦੇ ਆ ਨਾ, ਵੀ ਕੋਈ ਕਹਿਣ ਦੇ ਨਾਲ ਚੰਗਾ ਨਹੀਂ ਬਣਦਾ, ਕੋਈ ਅਖਵਾਉਣ ਦੇ ਨਾਲ ਵੀ ਚੰਗਾ ਨਹੀਂ ਬਣਦਾ। ਤੇ ਸਗੋਂ ਇਹ ਤੇ ਮਨੁੱਖ ਨੂੰ ਇੱਕ ਭੈੜੀ ਵਾਦੀ ਪੈ ਜਾਂਦੀ ਹੈ ਵੀ ਮੈਨੂੰ ਲੋਕ ਚੰਗਾ ਕਹਿਣ, ਪਰ ਚੰਗਾ ਖਵਾ ਕੇ ਚੰਗਾ ਨਹੀਂ ਬਣਿਆ ਜਾ ਸਕਦਾ। ਤੁਸੀਂ ਸਤਿਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ। ਜੇ ਕੋਈ ਠੀਕ ਹੈ ਲੋਕਾਂ ਨੂੰ ਮਾਇਆ ਦੇ ਕੇ ਜਾਂ ਕੋਈ ਲਾਲਚ ਦੇ ਕੇ ਉਹਨਾਂ ਤੋਂ ਚੰਗਾ ਚੰਗਾ ਖਵਾ ਵੀ ਲਊਗਾ, ਪਰ ਉਹ ਉਹਨਾਂ ਦੇ ਕਹਿਣ ਨਾਲ ਚੰਗਾ ਨਹੀਂ ਬਣ ਜਾਂਦਾ।
ਚੰਗਾ ਬਣਨ ਦਾ ਤਰੀਕਾ ਕੀ ਹੈ? ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਚੰਗਾ ਬਣਨ ਦਾ ਤਰੀਕਾ ਇਹ ਹੈ, ਤੁਸੀਂ ਆਪਣੇ ਆਪ ਨੂੰ ਸਭ ਤੋਂ ਮਾੜਾ ਗਿਣੋ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਹੈ ਤੇ ਬੜੀ ਹੈ ਵਿਖੜੀ ਘਾਟੀ, ਪਰ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਤੇ ਫਿਰ ਉਹਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ ਵੀ ਇੱਕ ਅਸੂਲ ਹੈ ਪਰਮਾਤਮਾ ਦਾ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜੀ ਸਾਡੀ ਦ੍ਰਿਸ਼ਟੀ ਹੋਵੇ ਉਹੋ ਜੀ ਸਾਨੂੰ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਚੰਗੇ ਮਾੜੇ ਸਾਡੇ ਆਪਣੀ ਦ੍ਰਿਸ਼ਟੀ ਤੇ ਨਿਰਭਰ ਕਰਦੇ ਨੇ, ਤੇ ਜਿਹੜੀ ਦ੍ਰਿਸ਼ਟੀ ਹੈ ਉਹਦਾ ਸੰਬੰਧ ਸਾਡੇ ਮਨ ਦੀ ਬਿਰਤੀ ਨਾਲ ਹੁੰਦਾ ਹੈ। ਜਿਹੋ ਜੀ ਸਾਡੀ ਮਨ ਦੀ ਬਿਰਤੀ ਹੈ ਔਰ ਉਹੋ ਜੀ ਸਾਡੀ ਦ੍ਰਿਸ਼ਟੀ ਹੈ। ਜਿਹੋ ਜੀ ਦ੍ਰਿਸ਼ਟੀ ਉਹੋ ਜੀ ਸ੍ਰਿਸ਼ਟੀ ਸਾਨੂੰ ਪ੍ਰਤੀਤ ਹੁੰਦੀ ਹੈ। ਤੇ ਮਨ ਦੀ ਬਿਰਤੀ ਦਾ ਸੰਬੰਧ ਸਾਡੇ ਮਨ ਦੀ ਦਸ਼ਾ ਦੇ ਨਾਲ ਹੁੰਦਾ ਹੈ, ਮਨ ਦੀ ਅਵਸਥਾ ਨਾਲ ਹੁੰਦਾ ਹੈ। ਕਦੇ ਵੀ ਮਨੁੱਖ ਆਪਣੇ ਮਨ ਦੇ ਵਿੱਚ ਨਿਗਾਹ ਮਾਰ ਕੇ, ਝਾਤ ਮਾਰ ਕੇ ਦੇਖੇ, ਦੇਖਣਾ ਵੀ ਚਾਹੀਦਾ। ਜਦੋਂ ਅਸੀਂ ਮਨ ਦੇ ਅੰਦਰ ਝਾਤ ਮਾਰ ਕੇ ਦੇਖਾਂਗੇ, ਦੁਸ਼ਮਣ ਤੇ ਮਿੱਤਰ ਬਾਹਰ ਨਹੀਂ, ਸਾਡੇ ਅੰਦਰ ਹੀ ਬੈਠੇ ਹੈ। ਜਦੋਂ ਮਨ ਦੀ ਅਵਸਥਾ ਬਦਲ ਗਈ ਤੇ ਸਭ ਕੁਝ ਨਾਲ ਬਦਲ ਜਾਂਦਾ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋਂ ਮੇਲ ਕੀਓ ਮੇਰਾ ਰਾਜਨ। ਸਤਿਗੁਰੂ ਨੇ ਪਿੱਛੇ ਵੀ ਉਪਦੇਸ਼ ਦਿੱਤਾ ਸੀ, ਤੇ ਕਈ ਕਹਿੰਦੇ ਨੇ ਮੈਨੂੰ ਫਲਾਣਾ ਬੜਾ ਆਦਮੀ ਤੰਗ ਕਰਦਾ, ਮੈਂ ਬੜਾ ਉਸ ਤੇ ਦੁਖੀ ਹਾਂ। ਕਿਉਂ ਦੁਖੀ ਹਾਂ? ਕਦੇ ਸੋਚਿਆ? ਜੇ ਤੂੰ ਕਿਸੇ ਦਾ ਬੁਰਾ ਚਿਤਵੇਂਗਾ ਕਦੇ ਤੈਨੂੰ ਸੁੱਖ ਨਹੀਂ ਮਿਲ ਸਕਦਾ। ਇਹ ਸਤਿਗੁਰੂ ਦੇ ਉਪਦੇਸ਼ ਨੇ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਜੇ ਤੁਸੀਂ ਕਿਸੇ ਲਈ ਬੁਰਾ ਸੋਚੋਗੇ ਤੇ ਫਿਰ ਤੁਸੀਂ ਕਦੇ ਸੁਖੀ ਨਹੀਂ ਹੋ ਸਕਦੇ। ਜਦੋਂ ਕਿਸੇ ਲਈ ਚੰਗਾ ਸੋਚੋਗੇ ਤੇ ਤੁਹਾਡੇ ਅੰਦਰ ਤਾਂ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਸਤਿਗੁਰੂ ਦੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਫਿਰ ਉਹਦੀ ਦ੍ਰਿਸ਼ਟੀ ਵਿੱਚ ਕੋਈ ਮੰਦਾ ਨਹੀਂ ਹੁੰਦਾ। ਹੋਰ ਵੀ ਮਹਾਂਪੁਰਖ ਵਿਚਾਰ ਦੱਸਦੇ ਸਨ, ਇਹ ਗੱਲਾਂ ਸਮਝਣ ਵਾਲੀਆਂ ਹੀ ਨੇ। ਕਹਿੰਦੇ ਨੇ ਜਦੋਂ ਕਿਸੇ ਮਨੁੱਖ ਦੀ ਉਂਗਲ ਦੂਸਰੇ ਵੱਲ ਉੱਠਦੀ ਹੈ ਨਾ, ਬਈ ਹਾਂ ਬਈ ਫਲਾਣੇ ਵਿੱਚ ਆਹ ਔਗਣ ਹੈ, ਉਹਨੇ ਮੈਨੂੰ ਆਏ ਹਾਲਟ ਕੀਤਾ, ਮੇਰੇ ਦਿਲ ਨੂੰ ਠੇਸ ਪਹੁੰਚਾਈ। ਅਸੀਂ ਗੱਲਾਂ ਅਕਸਰ ਦੁਨੀਆ ਵਿੱਚ ਵਰਤਦੀਆਂ ਨੇ, ਅਸੀਂ ਇਹਨਾਂ ਨੂੰ ਅਨੁਭਵ ਕਰਦੇ ਹਾਂ। ਪਰ ਇੱਕ ਗੱਲ ਸਮਝਣ ਵਾਲੀ ਹੈ, ਜਦੋਂ ਸਾਡੀ ਇੱਕ ਉਂਗਲ ਦੂਜੀ ਵੱਲ ਉੱਠਦੀ ਹੈ ਨਾ, ਤੇ ਜਿਹੜੀਆਂ 3 ਉਂਗਲਾਂ ਨੇ ਸਾਡੀਆਂ, ਇਹ ਕੁਦਰਤ ਦਾ ਨਿਯਮ ਹੈ, ਉਹ ਸਾਡੇ ਆਪਣੇ ਵੱਲ ਇਸ਼ਾਰਾ ਕਰਦੀਆਂ ਨੇ। ਇੱਕ ਉਂਗਲ ਦੂਜੇ ਵੱਲ ਜਾਂਦੀ, 3 ਉਂਗਲੀਆਂ ਸਾਡੇ ਵੱਲ ਇਸ਼ਾਰਾ ਕਰਦੀਆਂ ਨੇ। ਉਹ ਕੀ ਕਹਿੰਦੀਆਂ ਨੇ? ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਉਹ ਬੰਦਿਆ, ਜਦੋਂ ਤੂੰ ਦੂਜੇ ਵੱਲ ਔਗਣ ਦੇਖਦਾ ਤੇ ਆਪਣੇ ਅੰਦਰ ਕਿਉਂ ਨਹੀਂ ਵੇਖਦਾ? ਤੇਰੇ ਆਪਣੇ ਅੰਦਰ ਹੀ ਤੇ ਸਾਰੇ ਔਗਣ ਨੇ, ਜਿਨ੍ਹਾਂ ਕਰਕੇ ਬਾਹਰ ਤੈਨੂੰ ਸਾਰਾ ਕੁਝ ਕੋਈ ਦੁਸ਼ਮਣ ਕੋਈ ਮਿੱਤਰ ਦਿਸ ਰਿਹਾ ਹੈ। ਅਸਲੀ ਦੁਸ਼ਮਣ ਮਿੱਤਰ ਬਾਹਰ ਨਹੀਂ, ਸਾਡੇ ਅੰਦਰ ਹੀ ਨੇ। ਅੰਦਰੋਂ ਸਾਰੀ ਗੱਲ ਨਿਕਲਦੀ ਹੈ ਬਾਹਰ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸਭ ਦੇ ਚਰਨਾਂ ਦੀ ਧੂੜ ਬਣੋ ਤੇ ਫਿਰ ਤੁਹਾਡੇ ਮਨ ਦੇ ਵਿੱਚੋਂ ਮੰਦਾ ਭਾਵ ਨਿਕਲ ਸਕਦਾ। ਦੱਸਦੇ ਨੇ ਜੀਸਸ ਨੇ ਵੀ ਇੱਕ ਵਾਰੀ ਗੱਲ ਆਖੀ ਸੀ। ਉਹ ਕਹਿੰਦਾ ਵੀ ਜਦੋਂ ਤੁਹਾਨੂੰ ਦੂਜੇ ਦੀ ਅੱਖ ਵਿੱਚ ਕਣ ਪਿਆ ਦਿਸਦਾ ਨਾ, ਵੀ ਅਸੀਂ ਕਹਿੰਦੇ ਫਲਾਣਾ ਮੇਰੇ ਵੱਲ ਵੀ ਤਿਰਛੀ ਨਿਗਾਹ ਨਾਲ ਵੇਖਦਾ, ਕੌੜਾ ਕੌੜਾ ਝਾਕਦਾ, ਬੁਰਾ ਬੁਰਾ ਮੈਨੂੰ ਵੇਖਦਾ। ਇਹ ਗੱਲਾਂ ਅਕਸਰ ਸਮਾਜ ਵਿੱਚ ਸਾਡੇ ਵਰਤ ਰਹੀਆਂ ਨੇ। ਪਰ ਜੀਸਸ ਨੇ ਕਿਹਾ ਸੀ, ਜਦੋਂ ਤੁਹਾਨੂੰ ਦੂਜੇ ਦੀ ਅੱਖ ਵਿੱਚ ਕਣ ਪਿਆ ਪ੍ਰਤੀਤ ਹੁੰਦਾ ਨਾ, ਤੇ ਤੁਸੀਂ ਆਪਣੀ ਅੱਖ ਵੱਲ ਵੀ ਦੇਖੋ, ਕਿਧਰੇ ਤੁਹਾਡੀ ਅੱਖ ਵਿੱਚ ਸ਼ਤੀਰ ਤਾਂ ਨਹੀਂ, ਕੋਈ ਹੋਰ ਵੱਡਾ ਤੁਹਾਡੇ ਵਿੱਚ ਕੋਈ ਔਗਣ ਤਾਂ ਨਹੀਂ। ਕਿਸੇ ਦੀ ਅੱਖ ਦਾ ਕਣ ਦੇਖਣ ਤੋਂ ਪਹਿਲਾਂ ਆਪਣੀ ਅੱਖ ਦੇ ਵਿੱਚ ਜਿਹੜਾ ਕੋਈ ਤੁਹਾਡੇ ਕਣ ਤੇ ਉਹ ਸ਼ਤੀਰ ਹੈ, ਉਹਨੂੰ ਵੇਖੋ। ਜੇ ਉਹ ਦੂਰ ਹੋਵੇਗਾ ਤੇ ਦੂਜਾ ਕਣ ਆਪਣੇ ਆਪ ਹੀ ਦਿਸ ਨੂੰ ਹਟ ਜਾਵੇਗਾ। ਇਹ ਕੁਝ ਐਸੀਆਂ ਸਿੱਖਿਆਵਾਂ ਨੇ ਮਹਾਂਪੁਰਖਾਂ ਦੀਆਂ ਜੋ ਸਾਨੂੰ ਪੱਲੇ ਬੰਨਣੀਆਂ ਚਾਹੀਦੀਆਂ। ਮੰਦਾ ਨਾਹੀਂ ਕੋਇਆਂ ਸੰਤ ਕੀ ਰੇਣ ਹੋਇਆਂ। ਜਦੋਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ ਫਿਰ ਕੋਈ ਮੰਦਾ ਨਹੀਂ ਦਿਸਦਾ। ਆਪੇ ਜਿਸ ਰੱਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ। ਹਜ਼ੂਰ ਕਹਿੰਦੇ ਨੇ, ਆਪੇ ਜਿਸ ਰੱਖੈ ਹਾਂ, ਜਿਸ ਨੂੰ ਉਹ ਪ੍ਰਮਾਤਮਾ ਆਪ ਰੱਖਦਾ ਹੈ, ਵਿਸ਼ੇ ਵਿਕਾਰਾਂ ਤੋਂ, ਪਾਪਾਂ ਤੋਂ, ਕੁਸੰਗਤ ਤੋਂ ਬਚਾ ਕੇ ਰੱਖਦਾ ਹੈ। ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ। ਇਹ ਮੇਰੇ ਮਨਾ ਫਿਰ ਉਹੀ ਵਿਅਕਤੀ ਨਾਮ ਅੰਮ੍ਰਿਤ ਨੂੰ ਚਖਦਾ ਹੈ।
ਉਹਨੂੰ ਅਸਲੀ ਨਾਮ ਦਾ, ਬਾਣੀ ਦਾ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ। ਵੀ ਜਿਹੜਾ ਜਿਸ ਨੂੰ ਵਾਹਿਗੁਰੂ ਇਹਨਾਂ ਭੈੜੇ ਵਿਕਾਰਾਂ ਤੋਂ, ਪਾਪਾਂ ਤੋਂ ਤੇ ਪਰਾਏ ਬਾਰੇ ਬੁਰਾ ਸੋਚਣ ਤੋਂ ਬਚਾ ਲਵੇ, ਤੇ ਫਿਰ ਉਹੀ ਭਾਈ ਅੰਮ੍ਰਿਤ ਨਾਮ ਰਸ ਨੂੰ ਚੱਖਦਾ ਹੈ। ਜਿਸ ਕਾ ਨਾਹੀਂ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਲੋ ਹਜ਼ੂਰ ਕਹਿੰਦੇ ਨੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨੇ ਜਿਹੜੇ ਇਹ ਕਹਿੰਦੇ ਨੇ ਮੇਰਾ ਤਾਂ ਕੋਈ ਦੁਨੀਆ ਵਿੱਚ ਆਸਰਾ ਨਹੀਂ ਹੈ, ਤੇ ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਵੀ ਜਿਸ ਦਾ ਕੋਈ ਵੀ ਦੁਨੀਆ ਦੇ ਵਿੱਚ ਨਹੀਂ ਨਾ ਆਸਰਾ, ਤਿਸ ਕਾ ਪ੍ਰਭੂ ਸੋਏ ਹਾਂ। ਹਾਂ ਹੈ ਭਾਈ, ਉਹਦਾ ਮਾਲਕ, ਉਹਦਾ ਵਾਰਸ ਅਕਾਲ ਪੁਰਖ ਹੈ, ਉਹਦੇ ਉੱਤੇ ਉਹਨੂੰ ਭਰੋਸਾ ਕਰਨਾ ਚਾਹੀਦਾ। ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਇਹ ਸਤਿਗੁਰੂ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਅੰਤਰਗਤ ਬੁੱਝੈ ਹਾਂ ਸਭ ਕੁਝ ਤਿਸ ਸੁਝੈ ਹਾਂ। ਹਜ਼ੂਰ ਕਹਿੰਦੇ ਨੇ ਅੰਤਰਗਤ ਬੁੱਝੈ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਸਭ ਦੇ ਅੰਦਰ ਦੀ ਅਵਸਥਾ ਨੂੰ ਸਮਝਦਾ। ਅਸੀਂ ਚਾਹੇ ਕਿੰਨਾ ਵੀ ਆਪਣੇ ਅੰਦਰ ਕੋਈ ਪਾਪ ਵਿਕਾਰ ਨੂੰ ਲੁਕੋ ਕੇ ਰੱਖੀਏ, ਤੇ ਉਹ ਕਿਸੇ ਨਾ ਕਿਸੇ ਦਿਨ ਬਾਹਰ ਨਿਕਲਦਾ ਹੀ ਨਿਕਲਦਾ। ਜਿਹੜਾ ਧਰਤੀ ਵਿੱਚ ਬੀਜ ਬੀਜਿਆ ਜਾਂਦਾ ਨਾ, ਇੱਕ ਦਿਨ ਉੱਗਦਾ ਹੀ ਉੱਗਦਾ। ਇਸ ਲਈ ਕੋਈ ਵੀ ਸੰਸਕਾਰ ਸਾਡੇ ਅੰਦਰ ਚੰਗਾ ਮਾੜਾ ਜਿਹੜਾ ਇੱਕ ਵਾਰੀ ਪੈਦਾ ਹੋ ਜਾਂਦਾ ਨਾ, ਤੇ ਉਹ ਇੱਕ ਨਾ ਇੱਕ ਦਿਨ ਬਾਹਰ ਨਿਕਲਦਾ ਹੀ ਨਿਕਲਦਾ। ਪਰ ਹਜ਼ੂਰ ਕਹਿੰਦੇ ਨੇ ਤੁਹਾਡੇ ਅੰਦਰ ਦੀ ਮਨ ਦੀ ਅਵਸਥਾ ਨੂੰ ਵਾਹਿਗੁਰੂ ਸਮਝਦਾ। ਇਸ ਗੱਲ ਤੇ ਯਕੀਨ ਕਰਨਾ ਚਾਹੀਦਾ ਹੈ। ਸਭ ਕੁਝ ਤੇ ਸੁਝਿਆ ਹੈ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਕੁਝ ਦਿਸਦਾ ਹੈ। ਜੋ ਅਸੀਂ ਕਰਦੇ ਹਾਂ ਉਹ ਵੀ ਉਹਨੂੰ ਦਿਸਦਾ ਹੈ, ਜੋ ਅਸੀਂ ਚਿਤਵਦੇ ਹਾਂ ਉਹ ਵੀ ਉਸ ਨੂੰ ਪਤਾ ਲੱਗ ਜਾਂਦਾ ਹੈ। ਪਤ ਤੋਂ ਉਧਾਰ ਲਿਹੋ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ। ਐ ਮੇਰੇ ਮਨਾ, ਵੀ ਸਾਡੀ ਤਾਂ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ, ਅਰਜ਼ੋਈ ਹੈ। ਪਤ ਤੋਂ ਉਧਾਰ ਲਿਹੋ ਹਾਂ, ਹੇ ਵਾਹਿਗੁਰੂ ਜੀ ਅਸੀਂ ਪਾਪੀ ਹਾਂ, ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਤੇ ਕਿਰਪਾ ਕਰਕੇ ਸਾਨੂੰ ਪਾਪੀਆਂ ਨੂੰ ਉਧਾਰ ਲਵੋ। ਤੁਹਾਡੇ ਚਰਨਾਂ ਵਿੱਚ ਸਾਡੀ ਇਹੀ ਅਰਦਾਸ ਹੈ। ਆ ਸਾਵਰੀ ਮਹੱਲਾ ਪੰਜਵਾਂ। ਇੱਕ ਤੁਕਾ ਓਏ ਪਰਦੇਸੀਆ ਹਾਂ ਸੁਣ ਤੋ ਸੰਦੇਸ਼ਿਆ ਹਾਂ ਰਹਾਉ। ਅਸਾਵਰੀ ਰਾਗਣੀ ਦਾ ਇਹ ਅੱਗੇ ਇੱਕ ਤੁਕਾ ਸ਼ਬਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਆ ਰਿਹਾ ਹੈ। ਓਏ ਪਰਦੇਸੀਆ ਹਾਂ ਸੁਣ ਸੰਦੇਸ਼ਿਆ ਹਾਂ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਇਸ ਜੀਵ ਨੂੰ ਪਰਦੇਸ਼ੀ ਕਹਿ ਕੇ ਉਪਦੇਸ਼ ਦਿੰਦੇ ਨੇ। ਓਏ ਪਰਦੇਸੀਆ ਹਾਂ, ਕਹਿੰਦੇ ਓਏ ਪਰਦੇਸ਼ੀਆ, ਕਿਉਂਕਿ ਸਾਡਾ ਅਸਲੀ ਦੇਸ਼ ਤੇ ਕੋਈ ਹੋਰ ਹੈ। ਅਸੀਂ ਤੇ ਇੱਥੇ ਸਿਰਫ ਕੁਝ ਸਮੇਂ ਲਈ ਆਏ ਹਾਂ। ਜਿਵੇਂ ਹੁਣ ਆਪਾਂ ਅਸਲੀ ਦੇਸ਼ ਤਾਂ ਆਪਣਾ ਸਾਰਿਆਂ ਦਾ ਹਿੰਦੁਸਤਾਨ ਹੀ ਹੈ ਨਾ, ਇੰਡੀਆ ਹੈ ਜਿੱਥੋਂ ਆਏ ਹਾਂ। ਪਰ ਹੁਣ ਅਸੀਂ ਇੱਥੇ ਆਪਣੇ ਆਪ ਨੂੰ ਅਮਰੀਕਨ ਸਮਝਣ ਲੱਗ ਪਏ ਹਾਂ, ਪਰ ਹੈ ਤੇ ਪਰਦੇਸ਼ੀ। ਗੋਰਿਆਂ ਨੂੰ ਜਾ ਕੇ ਪੁੱਛੋ ਆਪਾਂ ਨੂੰ ਕੀ ਸਮਝਦੇ ਹੈ। ਓਏ ਪਰਦੇਸੀਆ ਹਾਂ, ਤੇ ਸਤਿਗੁਰੂ ਕਹਿੰਦੇ ਸਾਡਾ ਅਸਲੀ ਦੇਸ਼ ਆ ਨਹੀਂ, ਇਹ ਸੰਸਾਰ ਸਾਡਾ ਅਸਲੀ ਵਤਨ ਨਹੀਂ। ਜਿੱਥੋਂ ਆਏ ਆ ਉਹ ਸਾਡਾ ਅਸਲੀ ਵਤਨ ਹੈ, ਉਹ ਸਾਡਾ ਆਪਣਾ ਦੇਸ਼ ਹੈ। ਇਸੇ ਲਈ ਸਤਿਗੁਰੂ ਜੀਵ ਨੂੰ ਪਰਦੇਸ਼ੀ ਕਹਿ ਕੇ ਸਮਝਾਉਂਦੇ ਨੇ। ਓਏ ਪਰਦੇਸੀਆ ਹਾਂ, ਕਹਿੰਦੇ ਓਏ ਪਰਦੇਸੀਆ। ਤੇ ਅੱਗੋਂ ਜੀਵ ਕਹਿੰਦਾ ਹਾਂ ਮਹਾਰਾਜ ਦੱਸੋ। ਸੁਣਤ ਸੰਦੇਸ਼ੀਆ ਹਾਂ, ਬਈ ਤੂੰ ਜਿਹੜੇ ਮਹਾਂਪੁਰਖ ਤੈਨੂੰ ਸੰਦੇਸ਼ ਉਪਦੇਸ਼ ਦਿੰਦੇ ਨੇ ਉਹਨਾਂ ਨੂੰ ਸੁਣ ਰਿਹਾ? ਹਾਂ ਮਹਾਰਾਜ ਸੁਣ ਰਿਹਾ ਹਾਂ। ਤੇ ਫਿਰ ਉਹਨਾਂ ਨੂੰ ਮੰਨਦਾ ਕਿਉਂ ਨਹੀਂ? ਉਹਨਾਂ ਨੂੰ ਮੰਨ ਵੀ। ਜੇ ਤੂੰ ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ, ਗੁਰੂ ਦੇ ਉਪਦੇਸ਼ਾਂ ਨੂੰ ਨਹੀਂ ਮੰਨੇਗਾ, ਕਿਉਂਕਿ ਗੁਰੂ ਮਹਾਰਾਜ ਗੁਰਬਾਣੀ ਦੁਆਰਾ ਜੋ ਵੀ ਸੰਦੇਸ਼ ਜਾਂ ਆਦੇਸ਼ ਜਾਂ ਉਪਦੇਸ਼ ਸਾਨੂੰ ਦਿੰਦੇ ਨੇ ਉਹ ਸਾਡੇ ਮੰਨਣ ਲਈ, ਕਮਾਉਣ ਲਈ ਹੈ। ਜੇ ਅਸੀਂ ਉਹਨੂੰ ਮੰਨਣਾ ਨਹੀਂ ਤੇ ਫਿਰ ਸੁਣਨ ਦਾ ਵੀ ਕੋਈ ਲਾਭ ਨਹੀਂ ਹੈ। ਲੋ ਮਹਾਂਪੁਰਖ ਕੀ ਆਖਦੇ ਨੇ? ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹੈ। ਜਾਸਿਓ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ। ਲੋ ਹਜ਼ੂਰ ਕਹਿੰਦੇ ਨੇ ਮਹਾਂਪੁਰਖ ਇਹ ਸਾਨੂੰ ਸੰਦੇਸ਼ ਦਿੰਦੇ ਨੇ, ਇਹ ਸਾਨੂੰ ਉਪਦੇਸ਼ ਦਿੰਦੇ ਨੇ। ਜਾਸਿਓ ਰਚ ਰਹੇ ਹਾਂ, ਇਹ ਦੁਨੀਆ ਦੇ ਲੋਕੋ ਜਿਸ ਮਾਇਆ ਨਾਲ, ਜਿਸ ਦੁਨੀਆ ਦੇ ਨਾਲ, ਜਿਸ ਸੰਸਾਰ ਦੇ ਨਾਲ, ਜਿਸ ਵਸਤੂ ਜਾਂ ਜਿਸ ਵਿਅਕਤੀ ਨਾਲ ਵੀ ਤੁਸੀਂ ਤਦਾਕਾਰ ਹੋ ਰਹੇ ਹੋ, ਕਿਸੇ ਨਾਲ ਪ੍ਰੇਮ ਕਰ ਰਹੇ ਹੋ, ਸਭ ਕੋ ਤਜ ਗਏ ਹਾਂ। ਤੁਸੀਂ ਸਭ ਕੋਈ ਇਹਨਾਂ ਨੂੰ ਛੱਡ ਕੇ ਇੱਥੋਂ ਚਲੇ ਗਿਆ, ਤੇ ਤੁਸਾਂ ਵੀ ਛੱਡ ਕੇ ਜਾਣਾ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਜਾਸੋ ਰਚ ਰਹੇ ਹਾਂ,
ਜਿਨ੍ਹਾਂ ਵਸਤੂਆਂ ਨਾਲ ਤੁਸੀਂ ਮੋਹ ਪਿਆਰ ਕਰ ਰਹੇ ਹੋ, ਸਭ ਕੋ ਤਜ ਗਏ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲੇ ਵੀ ਲੋਕ ਛੱਡ ਕੇ ਚਲੇ ਗਏ ਨੇ ਤੇ ਤੁਸਾਂ ਵੀ ਛੱਡ ਕੇ ਜਾਣਾ ਹੈ। ਇਹ ਮਹਾਂਪੁਰਖ ਸੰਦੇਸ਼ ਦੇ ਰਹੇ ਨੇ। ਸੁਪਨਾ ਜਿਉ ਭਏ ਹਾਂ ਹਰ ਨਾਮ ਜਨ ਲਏ। ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਸਾਡੇ ਪਿਤਾ ਪਤਾਮਾ ਸਨ ਉਹ ਸਭ ਕੁਝ ਛੱਡ ਕੇ ਚਲੇ ਗਏ ਔਰ ਉਹ ਸਾਡੇ ਲਈ ਸੁਪਨਾ ਬਣ ਗਏ ਨੇ। ਹੁਣ ਸਾਡੇ ਬਜ਼ੁਰਗਾਂ ਨੂੰ ਅਸੀਂ ਕਦੀ ਕਦੀ ਯਾਦ ਕਰਦੇ, ਸੁਪਨਾ ਵੀ ਕਦੀ ਕਦੀ ਯਾਦ ਹੀ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਸਾਡੇ ਬਜ਼ੁਰਗ ਨੇ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣੇ ਹੋਏ ਤੈ ਪਾਸੋਂ ਓਏ ਲੱਦ ਗਏ ਤੂੰ ਅਜਾਨਾ ਪਤੀਨ ਹੋਏ। ਉਹ ਸਾਰੇ ਸੁਪਨੇ ਹੀ ਬਣ ਗਏ ਨੇ। ਹਰ ਨਾਮ ਜਨ ਲਏ। ਪਰ ਭਾਈ ਜਿਸਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਤੇ ਉਹਨੇ ਆਪਣੇ ਜੀਵਨ ਨੂੰ ਸਫਲ ਕਰ ਲਿਆ ਹੈ। ਹਰ ਤਜ ਅੰਨ ਲੱਗੇ ਹਾਂ ਜਨ ਮੈਂ ਮਰ ਭੱਗੇ ਹਾਂ। ਹਜ਼ੂਰ ਕਹਿੰਦੇ ਨੇ ਗੁਰਮੁਖੋ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਅੰਨ ਲੱਗੇ ਹਾਂ, ਹੋਰ ਪਾਸੇ ਲੱਗੇ ਹੋਏ ਨੇ। ਕੋਈ ਮੜੀਆਂ ਮਸਾਣੀਆਂ ਦੇ, ਪੀਰਾਂ ਫਕੀਰਾਂ ਦੀ, ਦੇਵੀ ਦੇਵਤਿਆਂ ਦੀ ਮਾਨ ਮਨੌਤ ਵਿੱਚ ਲੱਗੇ ਨੇ। ਜਨਮੈ ਮਰ ਭੱਗੇ ਹਾਂ, ਉਹ ਭਾਈ ਜੰਮਦੇ ਮਰਦੇ ਰਹਿੰਦੇ ਨੇ ਤੇ ਉਹ ਆਵਾ ਗਵਨ ਦੇ ਵਿੱਚ 84 ਦੇ ਚੱਕਰ ਵਿੱਚ ਪਏ ਦੌੜਦੇ ਰਹਿੰਦੇ ਨੇ। ਉਹਨਾਂ ਦੀ ਭਟਕਣ ਕਦੀ ਵੀ ਦੂਰ ਨਹੀਂ ਹੁੰਦੀ। ਉਹ ਆਵਾ ਗਵਨ ਦੇ ਚੱਕਰ ਵਿੱਚ ਹਮੇਸ਼ਾ ਲਈ ਭਟਕਦੇ ਰਹਿੰਦੇ ਨੇ। ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ। ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ, ਜੀਵਤ ਸੇ ਰਹੇ ਹਾਂ, ਅਸਲੀ ਉਹ ਸੰਸਾਰ ਦੇ ਵਿੱਚ ਜੀਵਤ ਹੋ ਕੇ ਰਹੇ ਨੇ। ਕਿਉਂ? ਸਤਿਗੁਰੂ ਮਹਾਰਾਜ ਦੇ ਬਚਨ ਨੇ, ਰਹਿਣ ਨਾ ਪਾਵੇ ਸੁਰ ਨਰ ਦੀਵਾ, ਊਠ ਸਦਾਰੇ ਕਰ ਮੁੰਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਹੀ ਅਸਲੀ ਸੰਸਾਰ ਵਿੱਚ ਜਿਉਂਦਾ, ਬਾਕੀ ਸਭ ਦੁਨੀਆ ਮਰਦੀ ਹੈ। ਹਰ ਹਰ ਜਨ ਲਹੇ ਹਾਂ, ਜਿਨ੍ਹਾਂ ਜਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ, ਜੀਵਤ ਸੇ ਰਹੇ ਹਾਂ, ਉਹ ਭਾਈ ਹਮੇਸ਼ਾ ਲਈ ਸੰਸਾਰ ਵਿੱਚ ਜੀਵਤ ਰਹੇ ਨੇ। ਜਿਸਹਿ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ। ਹਜ਼ੂਰ ਕਹਿੰਦੇ ਨੇ ਜਿਸਹਿ ਕਿਰਪਾਲ ਹੋਏ ਹਾਂ, ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਕਿਰਪਾਲੂ ਹੁੰਦਾ ਹੈ, ਜਿਸ ਉੱਤੇ ਮੇਰਾ ਮਾਲਕ ਤਰੁੱਠਦਾ ਹੈ, ਜਿਨ੍ਹਾਂ ਉੱਤੇ ਮੇਰਾ ਮਾਲਕ ਬਖਸ਼ਾਂ ਕਰਦਾ ਹੈ, ਨਾਨਕ ਭਗਤ ਸੋਏ। ਬਈ ਫਿਰ ਉਹ ਵਾਹਿਗੁਰੂ ਦਾ ਭਗਤ ਬਣਦਾ ਹੈ। ਭਾਵ ਭਗਤੀ ਵੀ ਉਹੀ ਕਰਦਾ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ। ਅਸੀਂ ਹੋਰ ਕੰਮ ਤੇ ਸਾਰੇ ਦੁਨੀਆ ਦੇ ਕਰ ਸਕਦੇ ਹਾਂ, ਪਰ ਵਾਹਿਗੁਰੂ ਦੀ ਭਗਤੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੀ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਜੇ ਅਸੀਂ ਆਪਣੇ ਜ਼ੋਰ ਦੇ ਨਾਲ ਭਗਤੀ ਕਰ ਸਕੀਏ ਤੇ ਫਿਰ ਤੇ ਅਸੀਂ ਆਪਣੀ ਮਰਜ਼ੀ ਨਾਲ ਜਦੋਂ ਰੱਬ ਨੂੰ ਮਿਲ ਸਕਦੇ ਹਾਂ। ਪਰ ਨਹੀਂ, ਆਪਣ ਬਾਪੈ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਉਹ ਵਾਹਿਗੁਰੂ ਕੋਈ ਆਪਣੇ ਬਾਪ ਦਾ ਨਹੀਂ। ਜਿਵੇਂ ਕੋਈ ਬਾਪ ਦੀ ਚੀਜ਼ ਹੋਵੇ ਉਹਦਾ ਪੁੱਤਰਾਂ ਨੂੰ ਅਧਿਕਾਰ ਹੁੰਦਾ, ਪਰ ਇਉਂ ਵਾਹਿਗੁਰੂ ਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ। ਉਹ ਤੇ ਭਾਵਨਾ ਦਾ ਭੁੱਖ ਹੈ। ਜਿਹੜਾ ਉਸ ਵਾਹਿਗੁਰੂ ਦੇ ਨਾਲ ਪਿਆਰ ਕਰੇ ਉਹਨੂੰ ਮਿਲਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸਹਿ ਕਿਰਪਾਲ ਹੋਏ ਹਾਂ। ਹਾਂ ਹੈ ਭਾਈ ਜਿਹਦੇ ਉੱਤੇ ਵਾਹਿਗੁਰੂ ਕਿਰਪਾਲੂ ਹੁੰਦਾ ਹੈ ਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਦਾ ਭਗਤ ਬਣ ਜਾਂਦਾ ਹੈ। ਤੇ ਜਿਹੜਾ ਭਗਤ ਬਣ ਗਿਆ ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਅਸਾਵਰੀ ਰਾਗ ਦੇ 7 ਸ਼ਬਦ ਨੇ ਜਿਨ੍ਹਾਂ ਦੀ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਇੱਥੇ ਆਪਾਂ ਲੜੀਵਾਰ ਕਥਾ ਦੀ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਨੇ ਖਿਮਾ ਕਰਨੀ। ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ, ਜਿਸਹਿ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।